बंधन अनक बार, सर्व कला समरथ, डोलन ते राखो प्रभु, नानक दे कर हाथ। भगत वत्सल सोना होत हो निराश हृदय, पतत पावन सोन आशा और तार हो। अंतर्जामी सोन कंपत हो अंतर्गत, दीन को दयाल सोन पै ब्रह्म तार हो। जल तार संगम कै अफल सिमल तरमा, चंदन सुगंध संबंध में लाकर हो। अपनी करनी कर नरक को न पावा ठौर, तुमरे बिरद कर आसर सवार हो। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा हो करी लखियान। मूक उचरै शास्त्र खट, पैंग किरण चढ़ जाए। अंध लखै बदरू सुनै, जो काल कृपा कराए। बेसमार अथाह अगणित अतुलै, ज्यों बुलावा हो त्यों नानक दास बोलै। ज्यों बुलावा हो त्यों नानक दास बोलै। सतनाम श्री वाहिगुरु साहिब जी। नायक एक बन जारे पाँच, भरत पचीसक संग काज। नायक एक बन जारे पाँच, भरत पचीसक संग काज। नौ बाहियाँ 10 गुण आहे, कसन 72 लागे ताहे। मोहे ऐसे बन जैसा नहीं न काज, जिह कटै मोर नित बढ़ै ब्याज। रहाओ सात सूत मैल बन यकीन, कर्म पावने संग लीन। तीन जगाते करत रार, चलो बन जारा हाथ चार। पूंजी हराने बानिज टूट, दह दस टांडो गायो फूट। कहे कबीर मन सर से काज, सहज समानो ता परम पाज। कहे कबीर मन सर से काज,
ਕਾਜ। ਸਹਿਜ ਸਮਾਨੋ ਤਾ ਭਰਮ ਭਾਜ। ਨਾਇਕ ਏਕ ਵਣਜਾਰੇ ਪਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਸਦਰ ਦੇ ਮਾਲਕ, ਜੁਗ ਜੁਗ ਅਟਲ ਪਤਤ ਪਾਵਨ ਭਗਤ ਵਤਸਲ ਕਰਨਾ ਨਿਦਾਨ ਅੰਤਰਜਾਮੀ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ। ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਇਕ ਏਕ ਵਣਜਾਰੇ ਪਾਚ। ਸਾਧ ਸੰਗਤ, ਭਗਤ ਕਬੀਰ ਇੱਕ ਸਮੇਂ ਕਾਂਸੀ ਦੇ ਵਿੱਚ ਵਿਰਾਜਮਾਨ ਹਨ। ਇੱਕ ਵਪਾਰੀ ਭਗਤ ਜੀ ਦੇ ਕੋਲ ਆਇਆ। ਬੜੇ ਪ੍ਰੇਮ ਸ਼ਰਧਾ ਨਾਲ ਬੇਨਤੀ ਕੀਤੀ, ਭਗਤ ਜੀ ਆਪ ਜੀ ਦੇ ਕੋਲ ਬੜੇ ਦੂਰੋਂ ਮਹਾਂਪੁਰਖ ਸੰਤ ਫਕੀਰ ਅਤਿਥੀ ਆਉਂਦੇ ਹਨ, ਜਿਸ ਕਰਕੇ ਹਰ ਸਮੇਂ ਪ੍ਰਸਾਦਾ ਲੰਗਰ ਵਰਤਦਾ ਰਹਿੰਦਾ ਹੈ। ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ ਮੈਂ ਤੁਹਾਡੇ ਨਾਮ ਦੇ ਇੱਕ ਬੈਲ ਆਪਣੇ ਵਪਾਰ ਦੇ ਵਿੱਚ ਜੋੜ ਲੈਣਾ। ਜੋ ਉਸ ਦਾ ਲਾਭ ਹੋਵੇਗਾ, ਪੂੰਜੀ ਹੋਵੇਗੀ, ਉਹ ਤੁਹਾਡੇ ਕੋਲ ਪਹੁੰਚਾ ਦਿਆ ਕਰਾਂਗੇ। ਜਿਸ ਕਰਕੇ ਤੁਹਾਨੂੰ ਦੂਸਰਿਆਂ ਦਾ ਭਲਾ ਕਰਨਾ ਸੌਖਾ ਹੋ ਜਾਵੇਗਾ। ਉਸ ਸਮੇਂ ਭਗਤ ਜੀ ਨੂੰ ਇਸ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਐਸਾ ਵਪਾਰ ਮੈਂ ਚਾਹੁੰਦਾ। ਤਦੋਂ ਭਗਤ ਜੀ ਨੇ ਇਹ ਬਸੰਤ ਰਾਗ ਦੇ ਅੰਦਰ ਉਪਦੇਸ਼ ਬਖਸ਼ਿਆ ਹੈ। ਨਾਇਕ ਏਕ ਵਣਜਾਰੇ ਪਾਚ। ਇਹ ਭਾਈ, ਇਹ ਜੋ ਇੱਕ ਮਨ ਨਾਇਕ ਬਣਿਆ ਹੋਇਆ ਹੈ, ਇਸ ਸਰੀਰ ਦਾ ਮਾਲਕ ਬਣਿਆ ਹੋਇਆ ਹੈ ਔਰ ਪੰਜ ਗਿਆਨ ਇੰਦਰੀ, ਪੰਜ ਵਿਸ਼ੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਾ ਵਪਾਰ ਚੱਲ ਰਿਹਾ। ਜਿਵੇਂ ਇੱਕ ਮਾਲਕ ਆਪਣੇ ਗੱਡਿਆਂ ਤੇ ਵਸਤੂਆਂ ਦਾ ਵਪਾਰ ਕਰਦੇ ਨੇ, ਇਸ ਤਰ੍ਹਾਂ ਹੀ ਜਿਹੜਾ ਇਹ ਸਰੀਰ ਹੈ, ਇਸ ਦੇ ਵਿੱਚ ਜਿਹੜਾ ਮਨ ਹੈ, ਇਹ ਤਾਂ ਮਾਲਕ ਹੈ
ਔਰ ਜਿਹੜੇ ਪੰਜ ਗਿਆਨ ਇੰਦਰੀ ਹਨ, ਪੰਜ ਵਿਸ਼ੇ ਨੇ, ਪੰਜ ਪ੍ਰਾਣ ਹਨ, ਇਹਨਾਂ ਦਾ ਵਪਾਰ ਚੱਲ ਰਿਹਾ। ਇਹ ਬਣਜਾਰੇ ਬਣੇ ਹੋਏ ਹਨ। ਵਰਗ ਪਟੀਸਕ ਸੰਗ ਕਾਜ, ਔਰ ਵਰਗ ਪਚੀਸਕ ਜਿਹੜੇ 25 ਕਰਤੀ ਹੈ, ਪੰਜਾਂ ਤੱਤਾਂ ਨੂੰ ਪੰਜ ਪੰਜ ਹਿੱਸਿਆਂ ਵਿੱਚ ਵੰਡ ਲੈਣਾ, ਇਸ ਨੂੰ ਪੰਜੀ ਕਰਤ ਕਹਿੰਦੇ ਹੈ। ਔਰ ਇਸ ਕਰਕੇ ਕਹਿੰਦੇ ਸਰੀਰ ਦੇ ਵਿੱਚ ਪੰਜ ਤੱਤ ਵੱਖੋ ਵੱਖਰੇ ਹਿੱਸੇ ਵਿੱਚ ਕੰਮ ਕਰਦੇ ਹਨ। ਭਗਤ ਜੀ ਕਹਿੰਦੇ ਵਰਗ ਪਚੀਸਕ, ਜਿਹੜਾ ਇਹ ਪੰਜੀਕ੍ਰਿਤ ਹੈ, ਇਹਦਾ ਵਪਾਰ ਬਣਿਆ ਹੋਇਆ ਹੈ ਸੰਗ ਕਾਜ। ਔਰ ਜਿਹੜਾ ਇਹਨਾਂ ਦਾ ਸੰਗ ਹੈ ਨਾ, ਇਹ ਕੱਚਾ ਹੈ, ਸਦਾ ਰਹਿਣ ਵਾਲਾ। ਇਹ ਕੱਚਾ ਹੈ ਵਪਾਰ, ਜਿਹਦੇ ਵਿੱਚ ਕਚਿਆਈ ਬਣੀ ਹੋਈ ਹੈ। ਇਹ ਸਦਾ ਨਿਭਣ ਵਾਲਾ ਨਹੀਂ ਹੈ। ਨੌ ਬਾਹੀਆਂ 10 ਗੋਨ ਆਹੇ, ਜਿਵੇਂ ਵਪਾਰ ਦੇ ਵਿੱਚ ਬਾਹੀਆਂ ਹੁੰਦੀਆਂ ਨੇ, ਜਿਹੜੀਆਂ ਬੋਰੀਆਂ ਨੂੰ ਚੱਕਣ ਵਾਸਤੇ ਚਮਕਦਾਰ ਲੱਕੜਾਂ ਵਰਤੀਆਂ ਜਾਂਦੀਆਂ ਨੇ। 9 ਗੋਲਕਾਂ ਜਿਹੜੀਆਂ ਹਨ, ਇਹ ਬਾਹੀਆਂ ਦੀ ਲਿਆਈ ਹੈ। 10 ਗੋਨ ਆਹੇ, ਤੇ ਜਿਹੜੇ 10 ਗਿਆਨ ਇੰਦਰੀ ਤੇ ਕਰਮ ਇੰਦਰੀ, ਇਹ ਗੁਣ ਬੋਰੀਆਂ ਹਨ, ਜਿਹੜੀਆਂ ਰਸਾਂ ਦੇ ਨਾਲ ਭਰੀਆਂ, ਵਿਕਾਰਾਂ ਦੇ ਨਾਲ ਭਰੀਆਂ ਹੋਈਆਂ ਹਨ। ਕਸਲ 72 ਲਾਗੇ ਕਾਹੇ, ਜਿਵੇਂ ਬੋਰੀਆਂ ਨੂੰ ਬੰਨ੍ਹਣ ਵਾਸਤੇ ਰੱਸੀਆਂ ਹੁੰਦੀਆਂ ਨੇ, ਇਸ ਤਰ੍ਹਾਂ ਹੀ ਇਸ ਸਰੀਰ ਵਿੱਚ 72 ਮੋਟੀਆਂ ਵੱਡੀਆਂ ਨਾੜਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਨਾਲ ਇਹਨਾਂ ਇੰਦਰੀਆਂ ਨੂੰ, ਬੋਰੀਆਂ ਨੂੰ ਬੰਨ੍ਹਿਆ ਜਾਂਦਾ ਹੈ। ਕਸ ਕਰਕੇ ਕਸ ਪਾਈ ਹੋਈ ਹੈ। ਔਰ ਇੰਦਰੀ ਜਿਹੜੇ ਹਨ, ਇਹਨਾਂ ਵੱਡੀਆਂ ਨਾੜੀਆਂ ਦੇ ਨਾਲ ਬੰਨੇ ਹੋਏ ਹਨ। ਇਹ ਕਸਨ ਜੋ ਬੋਰੀਆਂ ਦੇ ਤਾਈ, ਇੰਦਰੀਆਂ ਦੇ ਤਾਈ ਰੱਸੀਆਂ ਲੱਗੀਆਂ ਹੋਈਆਂ ਹਨ। ਮੋਹੇ ਐਸੇ ਬਾਨਜ ਸਿਆ ਨਹੀਨ ਕਾਜ, ਹੇ ਭਾਈ, ਜਿਹੜਾ ਇਹ ਵਪਾਰ ਬਣ ਗਿਆ ਹੈ, ਮੇਰੇ ਤਾਈਂ ਇਸ ਵਪਾਰ ਦੇ ਨਾਲ ਕੋਈ ਵੀ ਕੰਮ ਨਹੀਂ ਕਿ ਮੈਂ ਸੰਸਾਰ ਵਿੱਚ ਰਸਾਂ ਕਰਕੇ ਤ੍ਰਿਪਤ ਹੋਵਾਂ, ਰਸਾਂ ਵਾਸਤੇ ਜੀਵਨ ਬਤੀਤ ਕਰਾਂ। ਕੇਵਲ ਆਪਣੇ ਆਪ ਨੂੰ ਸੰਸਾਰ ਨਾਲ ਜੋੜ ਕੇ ਰੱਖਣਾ। ਇਹੋ ਜਿਹੇ ਵਪਾਰ ਕਰਕੇ ਸਾਨੂੰ ਕੋਈ ਕੰਮ ਨਹੀਂ। ਜਿਹ ਘਟੈ ਮੂਲ ਨਿਤ ਬੜੈ ਪਿਆਜ, ਜਿਸ ਵਪਾਰ ਦੇ ਵਿੱਚ ਮੂਲ ਘਟਦਾ ਹੈ ਤੇ ਵਿਆਜ ਵੱਧ ਰਿਹਾ। ਮੂਲ ਕੀ ਹੈ? ਸਵਾਸ। ਇਹਨਾਂ ਸਵਾਸਾਂ ਕਰਕੇ ਜੀਵਨ ਮਿਲਿਆ ਸੀ, ਬਣਿਆ ਹੋਇਆ ਹੈ। ਉਹ ਸਵਾਸ ਘਟਦੇ ਰਹਿੰਦੇ ਦਿਨ ਪ੍ਰਤੀ ਦਿਨ, ਔਰ ਦੁੱਖਾਂ ਰੂਪ ਵਿਆਜ ਵੱਧਦਾ ਹੈ। ਪਰਾਲੱਭ ਰੂਪ ਮੂਲ ਘਟ ਰਿਹਾ ਹੈ, ਪਾਪਾਂ ਰੂਪ ਵਿਆਜ ਵੱਧ ਰਿਹਾ ਹੈ। ਜਿਹੜਾ ਅਗਿਆਨਤਾ ਕਰਕੇ ਪਰਮੇਸ਼ਰ ਦੀ ਬੰਦਗੀ ਨਾ ਕਰਨੀ, ਨਾਮ ਨਾ ਜਪਣਾ, ਇਹ ਤਾਂ ਮੂਲ ਘਟ ਰਿਹਾ ਹੈ। ਤੇ ਜਿਹੜਾ ਅਵਰਣ ਦਾ ਪੜਦਾ ਹੈ, ਉਸ ਕਰਕੇ ਪਾਪ ਇਹ ਵਿਆਜ ਵੱਧ ਰਿਹਾ। ਇਸ ਤਰ੍ਹਾਂ ਭਗਤ ਜੀ ਕਹਿੰਦੇ ਜਿਹੜੇ ਮੂਲ ਪੁੰਨ ਸਨ ਸਾਡੇ, ਉਹ ਤਾਂ ਭਾਈ ਘਟ ਰਹੇ ਨੇ, ਤੇ ਨਿਹਤਾ ਪ੍ਰਤੀ ਜਿਹੜਾ ਪਾਪ ਨੇ, ਵਿਕਾਰ ਨੇ, ਉਹ ਵਿਆਜ ਦੀ ਤਰ੍ਹਾਂ ਵੱਧ ਰਹੇ ਨੇ।
ਜਿਵੇਂ ਸਾਧ ਸੰਗਤ ਅਸੀਂ ਦੇਖਦੇ ਹਾਂ, ਜਿਹੜਾ ਮੂਲ ਹੁੰਦਾ ਹੈ ਉਹਨੂੰ ਵਿਆਜ ਲੱਗਦਾ, ਪਰ ਜਿਸ ਕਰਮਾਂ ਕਰਕੇ ਸਰੀਰ ਮਿਲਿਆ ਸੀ, ਪੁੰਨ ਕਰਮ ਉਹ ਤਾਂ ਖਤਮ ਹੋ ਗਏ। ਅੱਗੋਂ ਜੀਵ ਹੋਰ ਨਵੇਂ ਕਰਮ ਨਹੀਂ ਕਰਦਾ, ਵਿਕਾਰਾਂ ਵੱਲ ਦ੍ਰਿਸ਼ਟੀ ਰੱਖਦਾ ਹੈ, ਪਾਪ ਕਮਾਉਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਵਿਆਜ ਹੈ ਵੱਧ ਰਿਹਾ ਹੈ। ਰਹਾਉ ਸਾਤ ਸੂਤ ਮੈਲ ਬਾਣਿਜ ਕੀਨ। ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਸਾਤ ਸੂਤ ਮੈਲ, ਸੱਤ ਜੋ ਧਾਤਾਂ ਹਨ ਪੁਰਸ਼ਾਂ ਦੇ ਅੰਦਰ, ਜੋ ਪਿਤਾ ਦੀ ਜਿਹੜੀ ਚਾਰ ਧਾਤ ਵੱਧ ਹੁੰਦੀ ਹੈ, ਇਸਤਰੀ ਦੇ ਅੰਦਰ ਮਾਂ ਦੀ ਚਾਰ ਧਾਤ ਵੱਧ ਹੁੰਦੀ ਹੈ, ਬਾਕੀ ਬਰਾਬਰ ਨੇ, ਜਿਹਦੇ ਵਿੱਚ ਰਕਤ, ਬੀਰਜ, ਮਿੱਝ, ਚਮੜੀ, ਹੱਡੀਆਂ, ਤੇ ਇਸ ਤਰ੍ਹਾਂ ਇਹ ਜਿਹੜੇ ਸੱਤ ਬਰਾਬਰ ਹਨ, ਪੋਜ ਕੱਢ ਕੇ ਭਗਤ ਜੀ ਕਹਿੰਦੇ ਸਾਤ ਸੂਤ ਮੈਲ ਬਣਜ ਕੀਨ। ਇਹਨਾਂ ਸੱਤਾਂ ਧਾਤਾਂ ਦੇ ਮਿਲਣ ਕਰਕੇ ਸਰੀਰ ਬਣਿਆ ਹੋਇਆ, ਔਰ ਇਸ ਸਰੀਰ ਕਰਕੇ ਜੀਵ ਨੇ ਸੰਸਾਰ ਅੰਦਰ ਚੰਗੇ ਮਾੜੇ ਕਰਮਾਂ ਦਾ ਵਪਾਰ ਕੀਤਾ। ਕਰਮ ਭਾਵਨੀ ਸੰਗ ਲੀਨ। ਔਰ ਆਪਣੇ ਕੀਤੇ ਹੋਏ ਕਰਮਾਂ ਦੀ ਸ਼ਰਧਾ, ਜਿਹੜੀ ਭਾਵਨਾ ਬਣੀ ਸੀ, ਉਹ ਨਾਲ ਲੈ ਕੇ ਪਿਛਲੇ ਜਨਮਾਂ ਵਿੱਚ ਜੋ ਕਰਮ ਕੀਤੇ ਸਨ, ਉਹਨਾਂ ਕੀਤੇ ਹੋਏ ਕਰਮਾਂ ਦਾ ਜਿਹੜਾ ਜੀਵ ਤੇ ਅਸਰ ਪਿਆ ਰਹਿੰਦਾ, ਉਹ ਕਰਮ ਨਾਲ ਰਹਿੰਦੇ ਨੇ ਫਲ ਦੇਣ ਵਾਸਤੇ। ਇਹ ਭਗਤ ਜੀ ਕਹਿੰਦੇ ਕਰਮ ਭਾਵਨੀ ਸ਼ਰਧਾ ਜਿਹੜੀ ਹੈ, ਆਪਣੇ ਕੀਤੇ ਹੋਏ ਕਰਮਾਂ ਉਹ ਨਾਲ ਲੈਣਾ ਕੀਤੀ। ਤੀਨ ਜਗਾਤੇ ਕਰ ਕਰਾਰ। ਜਿਸ ਕਰਕੇ ਤਿੰਨ ਜਗਾਤੀ, ਜਗਾਤੀ ਕਹਿੰਦੇ ਨੇ ਮਸੂਲੀਏ, ਜਿਹੜਾ ਟੈਕਸ ਲੈਣ ਵਾਲਾ ਹੁੰਦਾ, ਜੀਵ ਦੇ ਨਾਲ ਉੱਤਮ, ਮੱਧਮ, ਕਨਿਸ਼ਟ, ਇਹ ਤਿੰਨ ਤਰ੍ਹਾਂ ਦੇ ਸੁਭਾਅ ਨੇ ਜੀਵ ਦੇ। ਜਦੋਂ ਜੀਵ ਦੇ ਪੁੰਨ ਵੱਧ ਜਾਂਦੇ ਨੇ, ਫਿਰ ਇਸ ਨੂੰ ਦੇਵ ਦੇ ਹੀ ਪ੍ਰਾਪਤ ਹੁੰਦੀ ਹੈ। ਜਦੋਂ ਪੁੰਨ ਤੇ ਪਾਪ ਬਰਾਬਰ ਹੁੰਦੇ ਸਾਧ ਸੰਗਤ, ਉਦੋਂ ਮਨੁੱਖਾਂ ਦੇ ਹੀ ਪ੍ਰਾਪਤ ਹੁੰਦੀ ਹੈ। ਜਦੋਂ ਕੇਵਲ ਪਾਪ ਹੀ ਰਹਿ ਜਾਣ ਤੇ ਉਦੋਂ ਜੀਵ ਦੇ ਅਧੋਗਤੀ ਕਿਹੜੀਆਂ ਜੂਨਾਂ ਪ੍ਰਾਪਤ ਹੁੰਦੀਆਂ ਨੇ। ਇਸ ਤਰ੍ਹਾਂ ਇਹ ਜਿਹੜੇ ਤਿੰਨ ਮਸੂਲੀਏ ਨੇ ਜੀਵ ਤੋਂ ਟੈਕਸ ਲੈਣ ਵਾਲੇ, ਇਹ ਹਰ ਸਮੇਂ ਝਗੜਾ ਕਰਦੇ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਵੀ ਜੀਵ ਦੇ ਨਾਲ ਝਗੜਾ ਕਰਦੇ ਹਨ। ਚੱਲੋ ਬਣਜਾਰਾ ਹਾਥ ਝਾਰ। ਤੇ ਜਿਹੜਾ ਇਹ ਜੀਵ ਬਣਜਾਰਾ ਬਣਿਆ ਹੋਇਆ, ਇੱਕ ਸਮਾਂ ਆਉਂਦਾ ਹੈ ਸਵਾਸਾਂ ਰੂਪ ਪੂੰਜੀ ਮਿਟ ਜਾਂਦੀ ਹੈ, ਤੇ ਦੁਨੀਆ ਵਿੱਚ ਜਿਵੇਂ ਜਵਾਰੀ ਹੁੰਦੇ ਖਾਲੀ ਹੱਥ ਝਾੜ ਕੇ ਚਲੇ ਜਾਂਦੇ ਹਨ, ਇਸ ਤਰ੍ਹਾਂ ਆਪਣੇ ਦੋਹੇ ਹੱਥ ਝਾੜ ਕੇ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਪੂੰਜੀ ਹਰਾਨੇ ਪੰਜ ਟੂਟ। ਜਿਹੜੀ ਸਵਾਸਾਂ ਨੂੰ ਪੂੰਜੀ ਇਹਦੇ ਕੋਲ ਇਕੱਠੀ ਕੀਤੀ ਹੋਈ ਸੀ, ਉਹ ਖੋਹ ਲਈ ਗਈ, ਮੁੱਕ ਗਈ, ਤੇ ਜਿਹੜਾ ਵਪਾਰ ਕੀਤਾ ਸੀ ਉਸਨੇ ਚੰਗੇ ਮਾੜੇ ਕਰਮਾਂ ਦਾ, ਉਹ ਵੀ ਟੁੱਟ ਜਾਣਾ ਕੀਤਾ। ਦਹ ਦਸ ਕਾਂਡੋ ਗਾਇਓ ਫੂਟ। ਦਸਾਂ ਦੇਸ਼ਾਂ ਦੇ ਵਿੱਚ ਜਿਹੜਾ ਸਰੀਰ ਰੂਪ ਇਹ ਟਾਂਡਾ ਲੱਗਿਆ ਹੋਇਆ ਸੀ, ਇਹ ਸਾਧ ਸੰਗਤ ਟੁੱਟ ਜਾਣਾ ਸੀ। ਭਾਵ ਕਿ ਜਿਹੋ ਜੀ ਜੀਵ ਦੇ ਅੰਦਰ ਵਾਸਨਾ ਹੁੰਦੀ ਹੈ ਨਾ, ਫਿਰ ਦਸਾਂ ਦੇਸ਼ਾਂ ਵਿੱਚ ਉਧਰਲੇ ਪਾਸੇ ਇਹ ਚਲਾਣਾ ਕਰ ਜਾਂਦਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਕਰਨਾ।
ਜੇ ਮਨ ਅੰਦਰ ਪੁੱਤਰ ਦੀ ਵਾਸਨਾ ਹੁੰਦੀ ਹੈ ਤਾਂ ਉਹ ਜਿਹੀਆਂ ਜੂਨਾਂ ਪ੍ਰਾਪਤ ਹੋ ਜਾਂਦੀਆਂ। ਅੰਤ ਕਾਲ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਦੇਸਵਾ ਜੂਨ ਵੱਲ ਵੱਲ ਉਤਰੈ। ਅੰਤ ਕਾਲ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਜਿਹੋ ਜਿਹੀ ਵਾਸਨਾ ਬਣ ਜਾਂਦੀ ਹੈ ਦਸਾਂ ਦਿਸ਼ਾਂ ਦੇ ਵਿੱਚ, ਉਹੋ ਜਿਹੇ ਪਾਸੇ ਜੀਵ ਇਹਦਾ ਭਾਂਡਾ ਫੁੱਟ ਜਾਂਦਾ ਹੈ ਤੇ ਚਲਿਆ ਜਾਂਦਾ ਹੈ। ਕਹੇ ਕਬੀਰ ਮਨ ਸਰਸੇ ਕਾਜ। ਸਤਿਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ, ਭਗਤ ਕਬੀਰ ਜੀ ਦੀ ਰਸਨਾ ਦੁਆਰਾ, ਕਿ ਭਾਈ ਤਾਂ ਹੀ ਤੁਸੀਂ ਆਪਣੀ ਜੀਵਨ ਅਵਸਥਾ ਦੇ ਵਿੱਚ ਅਦਕਤਾ ਨੂੰ ਪ੍ਰਾਪਤ ਹੋਵੋਗੇ, ਤਾਂ ਹੀ ਤੁਹਾਡਾ ਕੰਮ ਸਰੇਗਾ, ਤਾਂ ਹੀ ਦੁਨੀਆ ਵਿੱਚ ਆਇਆ ਹੋਇਆ ਸਫਲ ਹੋਵੇਗਾ। ਸਹਿਜ ਸਮਾਨੋ ਤਾ ਭਰਮ ਭਾਜ। ਜੇ ਮਨ ਦੇ ਵਿੱਚ ਭਰਮ ਭੱਜ ਜਾਵੇ, ਜਿਹੜਾ ਮਨ ਹੈ ਨਾ ਭਰਮ ਦੇ ਵਿੱਚ ਫਸਿਆ ਹੋਇਆ, ਦੁਨੀਆ ਨੂੰ ਸੱਚੀ ਸਮਝਦਾ ਹੈ, ਦੌਲਤ ਨੂੰ ਇਕੱਠੀ ਕਰਨਾ ਚਾਹੁੰਦਾ ਹੈ, ਦੁਨੀਆ ਦੇ ਸੌਖ ਲੁੱਟਣੇ ਚਾਹੁੰਦਾ ਹੈ, ਸੱਚ ਤੋਂ ਓਲੇ ਹੋ ਰਿਹਾ। ਸੱਚ ਤਾਂ ਇਹ ਹੈ ਨਾ, ਜਿੱਥੇ ਸਤਿਗੁਰੂ ਸਾਨੂੰ ਸਮਝਾਉਂਦੇ, ਹਰ ਜਸ ਰੇ ਮਨਾ ਗਾਏ, ਜੋ ਸੰਗੀ ਹੈ ਤੇਰੋ ਔਸਰ ਕੀਤਿਓ ਜਾਤ ਹੈ, ਕਹੋ ਮਾਨ ਲੈ। ਸੰਪਤ ਧਨ ਰਾਜ ਸਿਓ ਅਤ ਨੇਹੁ ਲਗਾਇਓ, ਕਾਲ ਮਾਸ ਜਬ ਕਰ ਪਰੀ ਸਭ ਭਇਓ ਪਰੇ। ਜਿਹ ਬਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ। ਭਗਤ ਜੀ ਇੱਥੇ ਸਾਨੂੰ ਇਹ ਦੱਸ ਰਹੇ ਨੇ ਕਿ ਆਪਣੇ ਅੰਦਰੋਂ ਭਰਮ ਨੂੰ ਦੂਰ ਕਰੀਏ ਤਾਂ ਸਹਿਜ ਸਮਾਨੋ। ਤਾਂ ਭਗਤ ਜੀ ਕਹਿੰਦੇ ਭਾਈ ਤੁਸੀਂ ਸਹਿਜ ਅਵਸਥਾ ਵਿੱਚ ਸਮਾ ਜਾਓ, ਫਿਰ ਤੁਹਾਡੇ ਮਨ ਦਾ ਵੀ ਜਿਹੜਾ ਕਾਰਜ ਹੈ ਉਹ ਸਫਲ ਹੋ ਜਾਵੇਗਾ। ਨਾਇਕ ਏਕ ਬਨ ਜਾਰੇ ਪਾਜ। ਹੁਣ ਦੂਜੇ ਅਰਥ ਵਿੱਚ ਭਗਤ ਜੀ ਸਾਨੂੰ ਉਪਦੇਸ਼ ਕਰਦੇ ਹੋ, ਨਾਇਕ ਇੱਕ ਸਮਸਤ ਸਮਾਧੀ ਹੁੰਦੀ ਹੈ, ਇੱਕ ਵਿਅਸਤ। ਇੱਕ ਤਾਂ ਕਹਿ ਲਈਏ ਸਾਡੇ ਸਰੀਰ ਤੱਕ ਜਿਹੜੀ ਅਵਸਥਾ ਹੈ, ਇੱਕ ਪੂਰੇ ਸੰਸਾਰ ਦੀ ਇੱਕ ਅਵਸਥਾ ਹੈ। ਹੁਣ ਭਗਤ ਜੀ ਦੱਸਦੇ ਨੇ ਕਿ ਦੇਖੋ ਨਾਇਕ ਏਕ ਬ੍ਰਹਮ ਚੇਤਨ ਸਾਰੇ ਜੀਵਾਂ ਦਾ ਪ੍ਰੇਰਕ ਹੈ। ਪਰਮੇਸ਼ਰ ਵਾਹਿਗੁਰੂ ਸਾਡੇ ਸਾਰਿਆਂ ਦਾ ਮਾਲਕ ਹੈ। ਬਣਜਾਰੇ ਬਾਜ, ਇਹ ਜਿਹੜੇ ਪੰਜ ਤੱਤ ਨੇ, ਅੱਗ ਹੋ ਗਈ, ਹਵਾ, ਪਾਣੀ, ਆਕਾਸ਼, ਧਰਤੀ, ਇਹ ਬਣਜਾਰੇ ਨੇ। ਇਹਨਾਂ ਨੇ ਜੀਵਾਂ ਦੇ ਸਰੀਰ ਬਣਾਏ, ਕੇਵਲ ਮਨੁੱਖ ਨਹੀਂ। ਦੇਖੋ ਪਸ਼ੂ ਪੰਛੀ ਜਿੰਨੇ ਵੀ ਮੋਟੇ ਵੱਡੇ ਛੋਟੇ ਇਹ ਜੀਵ ਨੇ, ਸਾਰੇ ਪੰਜ ਤੱਤਾਂ ਤੋਂ ਬਣੇ। ਪੰਜਾਂ ਤੱਤਾਂ ਕਰਕੇ ਸਾਰਿਆਂ ਦੇ ਸਰੀਰ ਚੱਲ ਰਹੇ। ਜਿਵੇਂ ਵਪਾਰ ਹੁੰਦਾ ਨਾ ਸਾਧ ਸੰਗਤ, ਐਵੇਂ ਸਰੀਰਾਂ ਦੀ ਕਿਰਿਆ ਚੱਲ ਰਹੀ, ਸਾਰੇ ਜੀਵ ਸਵਾਸ ਲੈ ਰਹੇ। ਜਿਹੜੀ ਧਰਤੀ ਹੈ ਉਹਦੇ ਵਿੱਚੋਂ ਕਿੰਨਾ ਕੁਝ ਉੱਗਦਾ ਹੈ, ਪੈਦਾ ਹੁੰਦਾ ਹੈ, ਔਰ ਅਸੀਂ ਉਸ ਨੂੰ ਬਦਲਵੇਂ ਰੂਪ ਵਿੱਚ ਖਾ ਜਾਂਦੇ ਹਾਂ। ਕਈ ਤਾਂ ਸਿੱਧੇ ਖਾ ਜਾਂਦੇ, ਜੇ ਪਸ਼ੂ ਨੇ ਉਹ ਪੱਠੇ ਖਾ ਲੈਂਦੇ ਨੇ, ਹਰਾ ਖਾ ਲੈ, ਸਿੱਧਾ ਹੀ ਖਾ ਲੈਂਦੇ, ਤੇ ਅਸੀਂ ਉਹਨਾਂ ਚੀਜ਼ਾਂ ਨੂੰ ਬਣਾ ਕੇ ਖਾ ਲੈਂਦੇ। ਹੈ ਤਾਂ ਉਹ ਵੀ ਧਰਤੀ ਦਾ ਇੱਕ ਰੂਪ ਹੀ ਹੈ ਨਾ ਜਿਹੜਾ ਅਸੀਂ ਖਾ ਰਹੇ ਹਾਂ, ਖੁਰਾਕ ਹੈ ਸਾਡੀ। ਪਾਣੀ ਪੀਂਦੇ ਹਾਂ ਅਸੀਂ, ਅਗਨੀ ਦੀ ਵੀ ਲੋੜ ਹੈ। ਇਹ ਪੰਜ ਤੱਤ ਜੀਵਾਂ ਦੇ ਅੰਦਰ ਜੀਵਨ ਦਾ ਨਿਰਵਾਹ ਕਰਨ ਵਾਸਤੇ ਕਿਰਿਆ ਕਰਦੇ। ਸਰੀਰ ਵੀ ਇਹਨਾਂ ਕਰਕੇ ਬਣੇ ਹੋਏ ਨੇ ਤੇ ਸਾਡੇ ਸਰੀਰ ਇਹਨਾਂ ਦੇ ਆਸਰੇ ਹੀ ਰਹਿ ਸਕਦੇ ਨੇ। ਸੋ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਨੇ ਭਾਈ ਨਾਇਕ ਏਕ ਪਰਮਾਤਮਾ ਬ੍ਰਹਮ ਚੇਤਨ ਇੱਕ ਨਾਇਕ ਮਾਲਕ ਹੈ, ਪ੍ਰੇਰਕ ਹੈ। ਨਾਇਕ ਦਾ ਅੱਖਰੀ ਅਰਥ ਹੁੰਦਾ ਪ੍ਰੇਰਕ।
ਪ੍ਰੇਰਨਾ ਦੇਣ ਵਾਲੇ। ਤੇ ਬਣਜਾਰੇ ਕਾਜ, ਜਿਹੜੇ ਪੰਜ ਤੱਤ ਹਨ ਇਹ ਬਣਜਾਰੇ ਬਣੇ ਹੋਏ ਹਨ। ਵਰਦ ਪਤੀਸਕ ਸੰਗ ਕਾਜ, ਜਿਵੇਂ ਵਪਾਰ ਦੇ ਵਿੱਚ ਬਲਦ ਲਏ ਜਾਂਦੇ ਨੇ। ਬਲਦ ਦਾ ਅਰਥ ਹੈ ਬਲਦ। ਜਿਹੜੀ ਇਹ ਪੰਜੀਕ੍ਰਿਤ ਹੈ, ਪੰਜੀਕ੍ਰਿਤ ਵਿੱਚ ਪੰਜ ਹਿੱਸੇ ਹੁੰਦੇ ਨੇ। ਜਿਵੇਂ ਆਕਾਸ਼ ਹੈ, ਇਹਦੇ ਪੰਜ ਟੁਕੜੇ ਕਰ ਲਈਏ, ਧਰਤੀ ਦੇ ਪੰਜ ਟੁਕੜੇ ਕਰ ਲਈਏ। ਇਹ ਵੈਸੇ ਵਿਦਵਾਨਾਂ ਦੇ ਸਮਝ ਵਿੱਚ ਆਉਣ ਵਾਲਾ ਇੱਕ ਸਿਲਸਿਲਾ ਹੈ, ਪੰਜੀਕ੍ਰਿਤ ਨੂੰ ਕਹਿੰਦੇ ਨੇ। ਉਹਦੇ ਵਿੱਚ ਜਿਹੜੇ ਸਰੀਰ ਦਾ ਸੁਭਾਅ ਹੈ ਤੱਤਾਂ ਦੇ ਨਾਲ ਮਿਲਿਆ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਵਰਦ ਪਚੀਸਕ, ਇਹ ਜਿਹੜੀ ਪੰਜੀਕ੍ਰਿਤ ਹੈ ਇਹ ਬਲਦ ਹਨ ਭਾਈ। ਸੰਗ ਕਾਜ, ਪਰ ਇਹ ਜਾਣ ਲਓ ਜਿਹੜਾ ਇਹਨਾਂ ਪੰਜਾਂ ਤੱਤਾਂ ਦਾ ਸੰਗ ਹੈ ਨਾ, ਸਾਥ ਹੈ, ਉਹ ਕੱਚਾ ਹੈ। ਭਾਵ ਕਿ ਸਰੀਰ ਵੀ ਕੱਚਾ ਹੈ, ਇਹ ਵੀ ਸਦਾ ਨਹੀਂ ਨਿਭਣ ਵਾਲਾ ਜੀਵ ਦੇ ਨਾਲ। ਤੇ ਇਹਨਾਂ ਦਾ ਜਿਹੜਾ ਸਾਥ ਬਣਿਆ ਹੋਇਆ ਜੀਵ ਨੇ ਸਮਝਿਆ ਉਹ ਵੀ ਕੱਚਾ ਹੈ, ਸਦਾ ਨਹੀਂ ਨਿਭਦਾ। ਨੌ ਬਾਹੀਆਂ 10 ਗੋਨ ਆਹੇ, 9 ਬਹੀਆਂ, ਜਿਹੜੇ ਸਾਧਨ ਨਿਆਇਕ ਹਨ ਉਹਨਾਂ ਵਿੱਚ ਇਹ 9 ਬਹੀਆਂ ਮੰਨੀਆਂ ਜਾਂਦੀਆਂ ਨੇ। ਇੱਕ ਤਾਂ ਕਹਿੰਦੇ ਜੋ ਪਰਖ ਹੈ, ਇੱਕ ਪ੍ਰਕਿਰਤੀ, ਇੱਕ ਮਹੀ ਤੱਤ, ਇੱਕ ਅਦੋ ਅਹੰਕਾਰ ਜਾਂ ਤ੍ਰਿਦਾ ਅਹੰਕਾਰ, ਤੇ ਪੰਜ ਤਨਾ ਮਾਤਰਾ ਨੇ। ਇਹ 9 ਹਨ। ਇਹ ਭਗਤ ਜੀ ਕਹਿੰਦੇ ਬਹੀਆਂ ਬੜੀਆਂ ਹੋਈਆਂ ਕਿ ਸੰਸਾਰ ਕਿਵੇਂ ਬਣੇ। ਸੰਸਾਰ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਬਦਲ ਕੀਤੇ ਨੇ ਨਾ। ਕੀਤਾ ਬਸਾਓ ਏਕੋ ਕਵਾਓ ਤ੍ਰਸਤੇ ਹੋਏ ਲੱਖ ਦੁਨੀਆ। ਪਰ ਜਿਹੜੇ ਸ਼ਾਸਤਰ ਹਨ ਉਹਨਾਂ ਵਿੱਚ ਆਪੋ ਆਪਣਾ ਵਿਚਾਰ ਹੈ। 6 ਸ਼ਾਸਤਰਾਂ ਵਿੱਚ ਉਹਨਾਂ ਦੇ ਕਰਤੇ ਆਪੋ ਆਪਣਾ ਉਪਦੇਸ਼ ਕਰਦੇ। ਇਹ ਨਿਆਇਕਾਂ ਦਾ ਮਤ ਹੈ। 9 ਬਹੀਆਂ ਮੰਨੀਆਂ ਜਾਂਦੀਆਂ ਨੇ। 10 ਗੋਣ ਆਹੇ ਤੇ 10 ਗੋਣ ਨਾਮ ਦਿਸ਼ਾਵਾਂ। 10 ਦਿਸ਼ਾਵਾਂ ਮੰਨੀਆਂ ਜਾਂਦੀਆਂ। ਹੁਣ 10 ਦਿਸ਼ਾਵਾਂ ਕਿਹੜੀਆਂ ਨੇ? ਉੱਤਰ, ਦੱਖਣ, ਪੂਰਬ, ਪੱਛਮ। ਇਹ ਤਾਂ 4 ਅਸੀਂ ਜਾਣਦੇ ਹੀ ਨਾ। ਤੇ 4 ਇਹਨਾਂ ਦੇ ਕੋਨੇ, ਜਿੱਥੇ 2 ਦਿਸ਼ਾਵਾਂ ਜੁੜ ਜਾਂਦੀਆਂ ਨੇ ਉਹ ਕੋਨਾ ਮੰਨਿਆ ਜਾਂਦਾ। ਇਸ ਤਰ੍ਹਾਂ 4 ਇਹਨਾਂ ਦੇ ਕੋਨੇ ਹੋ ਗਏ ਤੇ 8 ਦਿਸ਼ਾਵਾਂ ਹੋ ਗਈਆਂ। ਇੱਕ ਉੱਪਰ ਆਕਾਸ਼ ਤੇ ਹੇਠਾਂ ਧਰਤੀ। ਇਹ 10 ਦਿਸ਼ਾਵਾਂ ਮੰਨੀਆਂ ਜਾਂਦੀਆਂ। ਇਹ ਭਗਤ ਜੀ ਕਹਿੰਦੇ ਗੋਣ ਪੂਰੀਆਂ ਹਨ। ਕਸਨ 72 ਲਾਗੇ ਤਾਹੇ, ਤੇ ਫਿਰ ਭਾਈ ਕਸਨ 72, ਜਿਹੜਾ ਇੰਦਰ ਹੈ ਉਹਦੀਆਂ 72 ਚੌਂਕੜੀਆਂ ਮੰਨੀਆਂ ਜਾਂਦੀਆਂ। ਕਹਿੰਦੇ ਇੰਦਰ ਦੀਆਂ 72 ਚੌਂਕੜੀਆਂ ਦੇ ਵਿੱਚ ਜਿੰਨਾ ਸਮਾਂ ਗੁਜ਼ਰ ਜਾਂਦਾ ਹੈ ਉਹ ਬ੍ਰਹਮਾ ਜੀ ਦੀ ਪੂਰੀ ਉਮਰ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕਸਨ 72, ਇਹ ਕਸਨ ਲੱਗੀ ਹੋਈ ਹੈ, ਰੱਸੀ ਲੱਗੀ ਹੋਈ ਹੈ, ਕਸ ਪਾਈ ਹੋਈ ਹੈ ਸੰਸਾਰ ਦੇ ਤਾਈ। ਬ੍ਰਹਮਾ ਜੀ ਦੀ ਜਿੰਨੀ ਉਮਰ ਲਾਗੀ ਤਾਹੇ, ਇਹ ਲੱਗੀ ਹੋਈ ਹੈ ਸੰਸਾਰ ਦੇ ਤਾਈ ਕਿ ਸੰਸਾਰ ਕਿੰਨਾ ਸਮਾਂ ਰਹਿੰਦਾ ਹੈ, ਸੰਸਾਰ ਦੀ ਪੈਦਾਇਸ਼ ਕਿੰਨੀ ਹੈ। ਉਹ ਭਗਤ ਜੀ ਦੱਸਦੇ ਨੇ ਵੀ ਇਹ ਕਸਨ ਬ੍ਰਹਮਾ ਜੀ ਨੇ ਜੋ ਕਸ ਪਾਈ ਹੋਈ ਹੈ, ਇਹ ਭਾਈ ਰੱਸੀ ਲੱਗੀ ਹੋਈ ਹੈ। ਮੋਹੇ ਐਸੇ ਬਾਰਜ ਸਿਓ ਨਹੀਨ ਕਾਜ, ਪਰ ਇਹ ਜਿਹੜਾ ਵਣਜ ਵਪਾਰ ਹੈ ਪਦਾਰਥ ਕਰਕੇ ਹੈ, ਬਾਹਰੋਂ ਦਿਸਦਾ ਹੈ, ਇਹ ਕੱਚਾ ਹੈ। ਕੇਵਲ ਦੁਨੀਆ ਮਾਤਰ ਜਿਹੜੇ ਜੀਵਨ ਬਤੀਤ ਕਰਦੇ ਨੇ ਉਹਨਾਂ ਦਾ ਵਪਾਰ ਕੱਚਾ ਹੁੰਦਾ। ਕਿਉਂਕਿ ਜਿੱਥੇ ਮਹਾਰਾਜ ਕਹਿੰਦੇ ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ, ਰਾਵਣ ਹੋ ਕੇ ਅਦਕ ਸਦਰ ਪਦ ਖੈਨ ਮਹਿ ਗਏ ਬਲਾ। ਦੁਨੀਆ ਵਿੱਚ ਜੀਵ ਨੂੰ ਜੋ ਕੁਝ ਮਿਲਦਾ ਸੰਸਾਰ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ।
ਭਾਵੇਂ ਸਰੀਰ ਹੈ, ਪਰਿਵਾਰ ਹੈ, ਧਨ ਦੌਲਤ ਜਾਇਦਾਦ ਮਾਇਆ, ਭਾਵੇਂ ਘਰ-ਬਾਰ, ਰਿਸ਼ਤੇਦਾਰ, ਇਹ ਦੁਨੀਆ ਵਿੱਚ ਹੀ ਬਣੇ ਨੇ ਤੇ ਦੁਨੀਆ ਵਿੱਚ ਇਹਨਾਂ ਦਾ ਸਾਥ ਛੁੱਟ ਜਾਂਦਾ ਹੈ। ਇਸ ਲਈ ਇਹ ਜਿਹੜਾ ਵਪਾਰ ਹੈ ਨਾ, ਪੂਰਾ ਨਹੀਂ ਹੈ। ਪਿਛਲੇ ਜਨਮ ਵਿੱਚ ਜੀਵ ਨੇ ਆਪਣੇ ਬਹੁਤ ਮਿੱਤਰ ਪਰਿਵਾਰ ਬਣਾਏ ਸਨ, ਪਿਛਲੇ ਜਨਮਾਂ ਵਿੱਚ ਉਹਨਾਂ ਨਾਲ ਵੀ ਟੁੱਟ ਗਿਆ। ਇਸ ਤਰ੍ਹਾਂ ਸਮੇਂ-ਸਮੇਂ ਤੇ ਟੁੱਟ ਜਾਂਦੇ। ਭਗਤ ਜੀ ਕਹਿੰਦੇ, ਭਾਈ ਇਹੋ ਜਿਹੇ ਵਪਾਰ ਦੇ ਨਾਲ ਸਾਡਾ ਕੋਈ ਕੰਮ ਨਹੀਂ। ਜਿਹ ਘਟੈ ਮੂਲ ਨਿਤ ਬੜੈ ਵਿਆਜ। ਜਿਸ ਵਪਾਰ ਦੇ ਵਿੱਚ ਜਿਹੜਾ ਮੂਲ ਹੈ, ਸਵਾਸ ਘਟਦਾ ਹੈ। ਗਿਣਤੀ ਦੇ ਸਵਾਸ ਜੀਵ ਨੂੰ ਪਰਮੇਸ਼ਰ ਵੱਲੋਂ ਮਿਲਦੇ, ਇਹ ਅਸੀਂ ਸਾਰੇ ਜਾਣਦੇ ਹਾਂ। ਗੁਰੂ ਮਹਾਰਾਜ ਕਹਿੰਦੇ ਵੀ ਨਾ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰਨਾ। ਦਿਨ ਦੇ ਪਹਿਰ ਪਹਿਰ ਦੇ ਘੜੀਆਂ, ਆਪ ਘਟੈ ਤਨ ਚੀਚੈ। ਉਮਰ ਘਟਦੀ ਜਾਂਦੀ। ਜਨਨੀ ਜਾਣਤ ਸਭ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟ ਹੈ। ਇਹ ਜਿਹੜੀ ਗੱਲ ਹੈ, ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਦੇ ਅੰਦਰ ਜੀਵ ਘਟਦਾ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਵੱਡਾ ਹੋ ਗਿਆ, ਮੈਂ ਬੜਾ ਵੱਧ ਗਿਆ, ਪਰ ਭਗਤ ਜੀ ਕਹਿੰਦੇ ਜਿਵੇਂ ਜਿਵੇਂ ਉਮਰ ਨਿਕਲ ਗਈ ਉਵੇਂ ਉਵੇਂ ਬਸ ਇਹ ਛੋਟਾ ਹੋ ਗਿਆ, ਘਟ ਰਿਹਾ। ਇੱਕ ਦਿਨ ਬਿਲਕੁਲ ਖਤਮ ਹੋ ਗਿਆ। ਵੈਸੇ ਤਾਂ ਹਰ ਚੀਜ਼ ਹੀ ਘਟ ਰਹੀ ਹੈ। ਦੇਖੋ, ਕੋਈ ਵੀ ਚੀਜ਼ ਬਣ ਜਾਂਦੀ ਹੈ, ਉਹ ਹੌਲੀ ਹੌਲੀ ਪੁਰਾਣੀ ਹੋਣੀ ਸ਼ੁਰੂ ਹੋ ਜਾਂਦੀ। ਜਿਵੇਂ ਕੋਈ ਮਹਿਲ ਬਣਾ ਲਈਏ, ਕੋਈ ਕਿਲ੍ਹਾ ਬਣਾ ਲਈਏ, ਕੋਈ ਨਵਾਂ ਘਰ ਬਣਾ ਲਈਏ, ਹੌਲੀ ਹੌਲੀ ਪੁਰਾਣਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸੇ ਦਿਨ ਤੋਂ ਸ਼ੁਰੂ ਹੋ ਜਾਂਦਾ। ਔਰ ਹੋ ਸਕਦਾ ਹੈ ਉਹਦੀ ਉਮਰ ਜਿਹੜੀ ਹੈ ਸਦੀਆਂ ਤੱਕ ਵੀ ਹੋ ਸਕਦੀ ਹੈ, 2 ਸਦੀਆਂ ਲੰਘ ਜਾਣ, 3 ਸਦੀਆਂ, ਕਿਸੇ ਦਿਨ ਉਹ ਖੰਡਰ ਬਣ ਜਾਣਾ, ਨਾਸ ਹੋ। ਜੋ ਵੀ ਚੀਜ਼ ਹੈ ਉਹ ਇੱਕ ਦਿਨ ਨਾਸ ਹੋ ਜਾਏ। ਇਸ ਲਈ ਭਗਤ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਦਿਨ ਨਾਸ ਹੋਣ ਵਾਲਾ। ਇਸ ਵਿੱਚ ਜਿਹੜੇ ਸਵਾਸ ਨੇ ਦਿਨ ਪ੍ਰਤੀ ਦਿਨ ਘਟਦੇ ਜਾਂਦੇ। ਕਾਚੀ ਕਾਕਰ ਨੀਰ ਪਰਤ ਹੈ, ਇਹ ਤਨ ਕੀ ਇਹ ਹੈ ਗੰਗਾਈ। ਤੇ ਜੇ ਅਸੀਂ ਕੇਵਲ ਬਾਹਰ ਸਰੀਰ ਦੇ ਨਾਲ ਹੀ ਮੋਹ ਲਾ ਕੇ ਰੱਖਾਂਗੇ, ਸਰੀਰ ਤੱਕ ਹੀ ਸੀਮਤ ਰਹਾਂਗੇ, ਤਾਂ ਫਿਰ ਇਹ ਕੱਚਾ ਵਪਾਰ ਹੈ। ਔਰ ਇਸ ਦੇ ਵਿੱਚ ਮੂਲ ਘਟ ਰਹੀ ਹੈ, ਸਵਾਸ ਘਟ ਰਹੀ ਹੈ, ਪ੍ਰਾਰਬਧ ਘਟ ਰਹੀ ਹੈ। ਨਿਤ ਵਧੈ ਵਿਆਜ। ਤੇ ਜੀਵ ਜਿਹੜੇ ਕੰਮ ਕਰਦਾ ਹੈ ਨਾ ਦੁਨੀਆ ਦਾ, ਕਿ ਚੰਗੀ ਮਾੜੀ, ਉਹ ਵਿਆਜ ਵੱਧ ਰਿਹਾ ਹੈ। ਰਹਾਉ ਸਾਤ ਸੂਤ ਮੈਲ ਬਾਣਿਜ ਕੀਨ। ਹੁਣ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ, ਸਾਤ ਸੂਤ। ਸੱਤ ਕੌਣ ਨੇ? 5 ਸਾਡੀ ਗਿਆਨ ਇੰਦਰੀ, ਅੱਖਾਂ, ਕੰਨ, ਰਸਨਾ, ਚਮੜੀ। ਇਸ ਤਰ੍ਹਾਂ ਜਿਹੜੇ ਇਹ 5 ਗਿਆਨ ਇੰਦਰੀ, ਮਨ ਤੇ ਬੁੱਧ, ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਜਪ ਕੇ ਇਹਨਾਂ ਨੂੰ ਸੂਤ ਕਰ ਲਿਆ। ਸੂਤ ਦਾ ਭਾਵ ਹੁੰਦਾ ਹੈ ਸਹੀ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ 5 ਗਿਆਨ ਇੰਦਰੀ, ਮਨ ਤੇ ਬੁੱਧ, ਇਹ ਸਤ ਸੰਗਤ ਵਿੱਚ ਸੂਤ ਕਰ ਰਹੇ ਨੇ, ਸਹੀ ਕਰ ਰਹੇ ਨੇ। ਅੱਖਾਂ ਦੇ ਨਾਲ ਪਰਮਾਤਮਾ ਨੂੰ ਦੇਖਦਾ ਹੈ, ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਸੁਣਦਾ ਹੈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਕਰ ਨਾਉ, ਨੇਤਰੀ ਸਤਿਗੁਰ ਦੇਖਣਾ, ਸ਼ਰਵਣੀ ਸੁਨਣਾ ਗੁਰ ਨਾਮ। ਜਿਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਪ੍ਰੇਮ ਪੈਦਾ ਕੀਤਾ ਔਰ ਸਤ ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਦੇ ਨਾਮ ਦਾ ਵਣਜ ਵਪਾਰ ਕੀਤਾ ਹੈ, ਬ੍ਰਹਮ ਦਾ ਵਪਾਰ ਕੀਤਾ ਹੈ। ਧਰਮ ਭਾਵਨੇ ਸੰਗ ਲੀਨ। ਉਥੋਂ ਇੱਕ ਉਹ ਜੀਵ ਹਨ ਜਿਨ੍ਹਾਂ ਨੇ ਆਪਣੇ ਅੰਦਰ ਸਕਾਮ ਭਾਵਨਾ ਲੈ ਲੈਣਾ ਕੀਤਾ। ਇੱਕ ਤਾਂ ਨਿਸ਼ਕਾਮ ਹੁੰਦੇ ਨੇ, ਇੱਕ ਸਕਾਮੀ ਹੁੰਦੇ ਨੇ। ਪਹਿਲਾਂ ਇੱਥੇ ਸਕਾਮੀ ਦਾ ਅਰਥ ਆਊਗਾ
ਦੂਸਰੇ ਅਗਲੇ ਅਰਥਾਂ 'ਚ ਨਿਸ਼ਕਾਮ ਅਵਸਥਾ ਦੀ ਗੱਲ ਹੋ ਰਹੀ। ਉਹਨਾਂ ਜੀਵਾਂ ਨੇ ਆਪਣੇ ਅੰਦਰ ਇੱਛਾ ਰੱਖ ਲਈ ਕਿ ਸਾਨੂੰ ਇੰਨੇ ਪਦਾਰਥ ਮਿਲ ਜਾਣ, ਧਨ ਦੌਲਤ ਮਿਲ ਜੇ, ਸਾਡੇ ਹੋਰ ਸੁੱਖ ਆਰਾਮ ਵੱਧ ਜਾਣ। ਇਸ ਤਰ੍ਹਾਂ ਸਕਾਮੀ ਹੋ ਕਰਕੇ ਭਾਵਨੀ ਹਿਰਦੇ 'ਚ ਪ੍ਰੇਮ ਲੈ ਲਿਆ। ਕਰਮ ਭਾਵਨੀ ਸੰਗ ਲੀਨ, ਸਕਾਮ ਕਰਮਾਂ ਦੇ ਸਹਿਤ ਹੋ ਕਰਕੇ ਭਾਵਨਾ ਬਣਾਈ, ਉਹ ਆਪਣੇ ਨਾਲ ਲੈਣਾ ਕੀਤਾ। ਤੀਨ ਜਗਾਤੇ ਕਰਤ ਰਾਰ, ਉਹਨਾਂ ਸਕਾਮੀ ਜੀਵਾਂ ਦੇ ਨਾਲ ਫਿਰ ਜਿਹੜੇ ਤਿੰਨ ਜਗਾਤੀ ਟੈਕਸ ਲਾਉਣ ਵਾਲੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹ ਝਗੜਾ ਕਰਦੇ ਕਿ ਉੱਥੇ ਜੇ ਤਾਂ ਜੀਵ ਦੇ ਪੁੰਨ ਵੱਧ ਜਾਣ ਫਿਰ ਉੱਤਮ ਬਣ ਜਾਂਦਾ ਹੈ, ਜੇ ਪੁੰਨ ਤੇ ਪਾਪ ਵਿਚਾਲੇ ਰਹਿਣ ਫਿਰ ਮੱਧਮ ਬਣ ਜਾਂਦਾ ਹੈ, ਜੇ ਪਾਪ ਹੀ ਵੱਧ ਜਾਣ ਤਾਂ ਕਲੇਸ਼ ਹੋ ਜਾਂਦਾ ਹੈ। ਇਹ ਝਗੜਾ ਕਰਦੇ ਹਨ। ਚਲੋ ਬਨਜਾਰਾ ਹਾਥ ਝਾਰ, ਇਹ ਫਿਰ ਸਾਧ ਸੰਗਤ ਉਹ ਜੀਵ ਨੂੰ ਬਣਜਾਰਾ ਜਿਹੜਾ ਹੈ ਉਹ ਦੁਨੀਆ ਤੋਂ ਹੱਥ ਝਾੜ ਕੇ ਸਵਰਗਾਂ ਵਾਲੇ ਪਾਸੇ ਨੂੰ ਚਲਿਆ ਜਾਂਦਾ। ਭਾਵ ਕਿ ਇੱਥੋਂ ਦੁਨੀਆ ਤੋਂ ਪੁੰਨ ਕਰਮ ਲੈ ਕਰਕੇ ਜਿੱਧਰ ਨੂੰ ਉਹਦੀ ਇੱਛਾ ਹੁੰਦੀ ਹੈ, ਸਵਰਗਾਂ ਨੂੰ ਜਾਣਾ ਹੈ, ਬ੍ਰਹਮ ਲੋਕ ਨੂੰ ਜਾਣਾ ਹੈ, ਉਧਰ ਚਲਿਆ ਜਾਂਦਾ ਹੈ। ਪੂੰਜੀ ਹਰਾਨੇ ਬਨ ਜਡੂਟ, ਪਰ ਉੱਥੇ ਰਹਿੰਦਿਆਂ ਸਵਰਗ ਵਿੱਚ ਜਦੋਂ ਉਹਦੇ ਪੁੰਨ ਖਤਮ ਹੋ ਜਾਂਦੇ, ਮਹਾਂਪੁਰਖ ਦੱਸਿਆ ਕਰਦੇ ਜਿਹੜੇ ਸਵਰਗ ਦੇ ਦੇਵਤੇ ਹੁੰਦੇ ਨੇ, ਜਿਵੇਂ ਸਾਨੂੰ ਪਰਮਾਤਮਾ ਵੱਲੋਂ ਸਵਾਸ ਮਿਲੇ ਨੇ, ਇਸ ਤਰ੍ਹਾਂ ਉਹਨਾਂ ਦੇ ਗਲ ਵਿੱਚ ਇੱਕ ਮਾਲਾ ਪਾ ਦਿੱਤੀ ਜਾਂਦੀ ਹੈ, ਫੁੱਲਾਂ ਦੀ ਮਾਲਾ। ਇੱਕ ਇੱਕ ਫੁੱਲ ਸਮਾਂ ਲੰਘਦਿਆਂ ਸੁੱਕ ਜਾਂਦਾ ਹੈ, ਜਿਵੇਂ ਇੱਕ ਸਾਲ ਵਿੱਚ ਇੱਕ ਫੁੱਲ ਸੁੱਕ ਜਾਂਦਾ ਹੈ। ਹੌਲੀ ਹੌਲੀ ਇੱਕ ਇੱਕ ਕਰਕੇ ਉਹ ਸਾਰੀ ਮਾਲਾ ਜਿਹੜੀ ਹੈ ਨਾ ਸੁੱਕਦੀ ਜਾਂਦੀ ਹੈ। ਜਦੋਂ ਸਾਰੇ ਫੁੱਲ ਸੁੱਕ ਜਾਂਦੇ ਸਾਧ ਸੰਗਤ, ਫਿਰ ਉਸ ਨੂੰ ਮਾਤ ਲੋਕ ਵਿੱਚ ਸੁੱਟ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਜੀਵ ਦੇ ਪੁੰਨ ਖਤਮ ਹੋ ਜਾਂਦੇ ਨੇ ਸਵਰਗ ਵਿੱਚੋਂ, ਬ੍ਰਹਮ ਲੋਕ ਵਿੱਚੋਂ, ਉਹਨੂੰ ਸਾਧ ਸੰਗਤ ਥੱਲੇ ਮਾਤ ਲੋਕ ਵਿੱਚ ਸੁੱਟ ਦਿੱਤਾ ਜਾਂਦਾ। ਪੂੰਜੀ ਹੈਰਾਨੀ ਪੰਜ ਟੂਟ, ਭਗਤ ਜੀ ਕਹਿੰਦੇ ਜਦੋਂ ਉਹਨਾਂ ਰੂਪ ਪੂੰਜੀ ਜਿਹੜੀ ਸੀ ਖੋਹ ਲਈ ਗਈ, ਖਤਮ ਹੋ ਗਈ, ਤਾਂ ਜਿਹੜਾ ਇਹ ਵਪਾਰ ਚੱਲਦਾ ਸੀ ਨਾ ਸਵਰਗਾਂ ਵਿੱਚ ਸੁੱਖ ਲੈਣ ਦਾ, ਉਹ ਟੁੱਟ ਗਿਆ। ਦਸ ਟਾਂਡੋ ਗਾਇਓ ਫੂਟ, ਫਿਰ ਉਹ ਜੀਵ ਦਸੋ ਦਿਸ਼ਾ ਵੱਲ ਜਿਹੜਾ ਉਹਨਾਂ ਦਾ ਟਾਂਡਾ ਹੈ ਉਹ ਗਇਓ ਫੂਟ ਫੁੱਟ ਕਰਕੇ ਚਲਿਆ ਗਿਆ। ਭਾਵ ਦਸਾਂ ਦਿਸ਼ਾ ਵਿੱਚ ਕਿਸੇ ਨਾ ਕਿਸੇ ਥਾਂ ਜਾ ਕਰਕੇ ਉਹ ਟੇਢੀਆਂ ਜੂਨਾਂ ਵਿੱਚ ਆਵਾਗਾਉਣ ਦੇ ਚੱਕਰ ਵਿੱਚ ਪੈ ਜਾਂਦੇ ਹਨ। ਕਹੇ ਕਬੀਰ ਮਨ ਸਰਸੇ ਕਾਜ, ਭਗਤ ਕਬੀਰ ਜੀ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਜਿਹੜਾ ਇਹ ਮਨ ਹੈ ਨਾ, ਇਹਦਾ ਕੰਮ ਤਦੋਂ ਹੀ ਸਰੇਗਾ, ਤਦੋਂ ਹੀ ਸਹਿਜ ਰਸ ਦੇ ਹੋਵੇਗਾ, ਪੂਰਾ ਹੋਵੇਗਾ। ਸਹਿਜ ਸਮਾਨੋ ਤਾ ਭਰਮ ਭਾਜ, ਜੇ ਇਹ ਸਹਿਜ ਅਵਸਥਾ ਵਿੱਚ ਸਮਾ ਜਾਵੇ। ਸਹਿਜ ਭਾਵ ਜੋ ਪਰਮਾਤਮਾ ਦਾ ਹੁਕਮ ਹੈ, ਹੁਕਮ ਵਿੱਚ ਰਹਿਣਾ, ਇਹ ਜਾਣਨਾ ਕਿ ਮੈਂ ਹੁਕਮ ਵਿੱਚ ਸੰਸਾਰ ਅੰਦਰ ਆਇਆ, ਮੇਰੇ ਸਿਰ ਤੇ ਹੁਕਮ ਹੈ ਪ੍ਰਭੂ ਦਾ ਨਾਮ ਜਪਣਾ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਇਸ ਤਰ੍ਹਾਂ ਆਪਣੇ ਜੀਵਨ ਅੰਦਰ ਸਹਿਜ ਅਵਸਥਾ ਵਿੱਚ ਸਮਾ ਜਾਵੇ, ਤਦੋਂ ਭਰਮ ਭਰ ਜਾਂਦਾ ਹੈ। ਨਾਇਕ ਏਕ ਬਨ ਜਾਰੇ ਪਾਚ, ਹੁਣ ਭਗਤ ਜੀ ਦੱਸਦੇ ਨੇ ਕਿ ਜੋ ਚੇਤਨ ਹੈ ਨਾ, ਉਹ ਇੱਕ ਨਾਇਕ ਹੈ। ਸਾਡੇ ਜੀਵਾਂ ਦਾ, ਸਾਰਿਆਂ ਦਾ ਪ੍ਰੇਰਕ, ਤੇ ਜਿਹੜੇ ਸਾਡੇ ਇਹ ਪੰਜ ਇੰਦਰੀ ਨੇ ਜਾਂ ਪੰਜ ਤੱਤ ਹਨ, ਇਹ ਬਣ ਜਾ ਰਹੇ। ਜਿਹੜੇ ਗੁਰਮੁਖ ਹਨ ਉਹਨਾਂ ਨੇ ਆਪਣੇ ਜੀਵਨ ਅੰਦਰ ਪੰਜ ਵਣਜਾਰੇ, ਪੰਜ ਤੱਤਾਂ ਨੂੰ ਬਣਾਇਆ। ਪੰਜ ਤੱਤਾਂ ਦੇ ਸੁਭਾਅ ਧਾਰਨ ਕਰਨਾ,
ਜਿਵੇਂ ਪਾਣੀ ਦਾ ਸੁਭਾਅ ਹੈ ਨਿਰਮਲ ਸੀਤ, ਆਪਣਾ ਮਨ ਨਿਰਮਲ ਕਰਨਾ, ਆਪਣੇ ਮਨ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ ਠੰਡਾ ਕਰਨਾ। ਅੱਗ ਦਾ ਸੁਭਾਅ ਚਾਨਣ ਦੇਣਾ, ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਚਾਨਣ ਕਰਨਾ। ਧਰਤੀ ਦਾ ਸੁਭਾਅ ਹੈ ਧੀਰਜ ਧਾਰਨ, ਧੀਰਜ ਰੱਖਣਾ। ਇਸ ਤਰ੍ਹਾਂ ਆਪਣੇ ਅੰਦਰ ਧੀਰਜ ਬਣਾਉਣੀ। ਜਿਹੜਾ ਆਕਾਸ਼ ਹੈ ਉਹ ਨਿਰਖੋਭ ਰਹਿੰਦਾ। ਆਕਾਸ਼ ਵਿੱਚ ਅਸੀਂ ਉੱਪਰੋਂ ਵੱਟਾ ਚਲਾ ਕੇ ਮਾਰੀਏ, ਉਹ ਸਾਡੇ ਵੱਲ ਨੂੰ ਹੀ ਆਵੇਗਾ, ਉਹਨੂੰ ਖੁੱਭੇਗਾ। ਭਾਵੇਂ ਅਸੀਂ ਤੀਰ ਕਮਾਣ, ਭਾਵੇਂ ਕੋਈ ਗੋਲੀ ਤਾਂ ਨੂੰ ਮਾਰੀਏ, ਆਕਾਸ਼ ਵਿੰਨਿਆ ਨਹੀਂ ਜਾਂਦਾ, ਨਿਰਖੋਭ ਹੈ। ਇਸ ਲਈ ਆਪਣਾ ਸੁਭਾਅ ਬਣਾਉਣਾ ਨਿਰਖੋਭ। ਔਰ ਇਸੇ ਤਰ੍ਹਾਂ ਹੀ ਹਵਾ ਜਿਹੜੀ ਹੈ ਇਹਦਾ ਸੁਭਾਅ ਹੈ ਨਿਰਲੇਪ। ਜਿਹੜੀ ਹਵਾ ਹੈ ਨਾ ਇਹ ਸਾਧ ਸੰਗਤ ਨਿਰਲੇਪ ਰਹਿੰਦੀ ਹੈ, ਇਹ ਹਰ ਥਾਂ ਤੇ ਸਮਾਨ ਹੋ ਕੇ ਵਗਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਚੇਤਨ ਪ੍ਰਭੂ ਪਰਮਾਤਮਾ ਉਹਨਾਂ ਗੁਰਮੁਖਾਂ ਦਾ ਨਾਇਕ ਪ੍ਰੇਰਕ ਹੈ, ਤੇ ਪੰਜ ਤੱਤ ਉਹਨਾਂ ਦੇ ਜਿਹੜੇ ਸੁਭਾਅ ਧਾਰਨ ਕੀਤੇ ਇਹ ਵਣਜਾਰੇ ਹਨ। ਬਰਦ ਪਚੀਸਕ ਸੰਗ ਕਾਚ, ਪਰ ਉਹਨਾਂ ਨੇ ਜਿਹੜਾ ਇਹ ਪੰਜੀਕ੍ਰਿਤ ਹੈ, ਜਿਹਦੇ ਤੋਂ ਸਰੀਰ ਬਣਿਆ, ਇਹ ਬਲਦ ਹੈ। ਇਹਦਾ ਜਿਹੜਾ ਸੰਗ ਕਰਨਾ ਹੈ ਇਹ ਕੱਚਾ ਸਮਝ ਲਿਆ, ਕੋਈ ਸਰੀਰ ਦਾ ਸਾਥ ਸਦਾ ਨਹੀਂ ਰਹਿੰਦਾ। ਸਰੀਰ ਤਾਂ ਜਿਵੇਂ ਭਾਈ ਮਨੀ ਸਿੰਘ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਹਾਡਾ ਬੰਦ ਕੱਟ ਦਿੱਤਾ ਜਾਵੇਗਾ, ਤਾਂ ਇੱਕ ਵਚਨ ਕੀਤਾ, ਕਹਿੰਦੇ ਇਹ ਕੰਨ ਜਿਹੜਾ ਹੈ ਨਾ ਸਦਾ ਸਿਰ ਰਹਿਣ ਵਾਲਾ, ਮੈਨੂੰ ਇਹਦੇ ਨਾਲ ਕੋਈ ਮੋਹ ਨਹੀਂ। ਇਹ ਕੰਨ ਗੰਦਗੀ ਦੀ ਕੋਠੜੀ, ਇਹਦਾ ਸਰੀਰ ਗੰਦਗੀ ਦੇ ਨਾਲ ਭਰਿਆ ਹੋਇਆ। ਹਰ ਹੀਰਿਆਂ ਦੀ ਖਾਨ, ਕਹਿੰਦੇ ਦੂਜੇ ਪਾਸੇ ਜੋ ਪਰਮਾਤਮਾ ਹੈ ਨਾ ਉਹ ਹੀਰਿਆਂ ਦੀ ਖਾਨ ਹੈ। ਹੁਣ ਮੈਂ ਗੰਦਗੀ ਦੀ ਕੋਠੜੀ ਨਾਲ ਮੋਹ ਲਾਵਾਂ ਕਿ ਹੀਰਿਆਂ ਦੀ ਖਾਨ ਦੇ ਨਾਲ ਮੋਹ ਲਾਵਾਂ? ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੇ ਤੋ ਵੀ ਸਸਤਾ ਜਾ। ਭਾਈ ਮਨੀ ਸਿੰਘ ਕਹਿੰਦੇ ਜੇ ਆਹ ਸਿਰ ਦੇ ਕੇ ਵੀ ਪਰਮਾਤਮਾ ਮਿਲ ਜਾਵੇ ਤਾਂ ਵੀ ਮੈਂ ਸਮਝਾਂਗਾ ਵੀ ਸਸਤਾ ਹੀ ਮਿਲ ਗਿਆ, ਕੋਈ ਬਹੁਤਾ ਮਿਹਨਤ ਕੋਈ ਖਰਚ ਕਰਨ ਦੀ ਜ਼ਰੂਰਤ ਨਹੀਂ ਪਈ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਰੀਰ ਦੇ ਵਿਹਾਰ ਨੂੰ ਕੱਚਾ ਜਾਣਦੇ ਹਨ। ਨੌ ਬਾਹੀਆਂ 10 ਗੁਣ ਆਹੇ, ਜਿਹੜੀਆਂ 9 ਗੋਲਕਾਂ ਹਨ ਇਹ ਬਾਹੀਆਂ ਲੱਗੀਆਂ ਹੋਈਆਂ। ਬੋਰੀਆਂ ਨੂੰ ਚੱਕਣ ਵਾਸਤੇ ਲੱਕੜਾਂ ਹੁੰਦੀਆਂ ਨੇ ਨਾ, ਟੈਕਿਆਂ ਨਾਲ ਮੂਹਰੋਂ ਫੜ ਲੈਣ, ਟੈਕਿਆਂ ਨਾਲ ਪਿੱਛੋਂ ਉੱਤੇ ਬੋਰੀਆਂ ਰੱਖੀਆਂ ਜਾਂਦੀਆਂ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਬਾਹੀਆਂ ਨੇ ਜਿਹੜੀਆਂ 9 ਗੋਲਕਾਂ ਸਾਡੀਆਂ, ਜਿਵੇਂ ਅੱਖਾਂ ਅਸੀਂ ਉਹਨਾਂ ਦਾ ਰੂਪ ਦੇਖਦੇ ਹਾਂ, ਕੰਨਾਂ ਦੇ ਨਾਲ ਆਵਾਜ਼ਾਂ ਸੁਣਦੇ ਹਾਂ, ਪੈਰਾਂ ਨਾਲ ਚੱਲ ਕੇ ਜਾਂਦੇ ਹਾਂ, ਇਹ ਇੱਕ ਵਪਾਰ ਹੀ ਹੋ ਰਿਹਾ ਨਾ ਅੰਦਰ ਬਾਹਰ। ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ 10 ਗੁਣ ਆਹੇ, ਜਿਹੜੇ 10 ਗਿਆਨ ਇੰਦਰੀ ਨੇ, ਇਹ ਗੁਣ ਬੋਰੀਆਂ ਹਨ ਜਿਨ੍ਹਾਂ ਵਿੱਚ ਪਦਾਰਥਾਂ ਦੇ ਰਸ ਜੀਵਾਂ ਨੇ ਲੱਦੇ ਹੋਏ ਹਨ। ਕਸਨ 72 ਲਾਗੇ ਤਾਹੇ, ਇਹ ਜਿਹੜੀਆਂ ਕਸਨ 72 ਕਰੋੜ 72 ਲੱਖ ਤੇ 10,201 ਜਾਂ ਮਹਾਂਪੁਰਖ ਕਿਹਾ ਕਰਕੇ 72 ਕਰੋੜ 72 ਲੱਖ 72,000 72,172। ਇਹ ਜਿਹੜੀਆਂ ਨਾੜੀਆਂ ਨੇ ਇਹ ਮਹਾਰਾਜ ਕਹਿੰਦੇ ਭਾਈ ਇਸ ਸਰੀਰ ਦੇ ਤਾਈ ਰੱਸੀਆਂ ਲੱਗੀਆਂ ਹੋਈਆਂ, ਕਿਉਂਕਿ ਸਾਡੇ ਸਰੀਰ ਵਿੱਚ ਇਹ ਬਰੀਕ ਨਾੜੀਆਂ ਨੇ। 72 ਕਰੋੜ 72 ਲੱਖ 72,202 ਇਹ ਕਸਣ ਰੱਸੀਆਂ ਬੰਨੀਆਂ ਹੋਈਆਂ ਹਨ। ਮੋਹੇ ਐਸੇ ਬਾਨਿਜ ਸਿਓ ਨਹੀਨ ਕਾਜ, ਭਗਤ ਜੀ ਕਹਿੰਦੇ ਭਾਈ
ਮੇਰਾ ਐਸੇ ਵਪਾਰ ਦੇ ਨਾਲ ਕੋਈ ਵੀ ਕੰਮ ਨਹੀਂ ਹੈ। ਜਿਹ ਘਟੈ ਮੂਲ ਨਿਤ ਬਟੈ ਵਿਆਜ। ਜਿਸ ਵਪਾਰ ਦੇ ਵਿੱਚ ਮੂਲ ਜੋ ਪਰਮਾਤਮਾ ਦੇ ਨਾਲ ਪ੍ਰੇਮ ਹੈ ਇਹ ਤਾਂ ਘਟੀ ਜਾਂਦਾ ਹੈ। ਜੇ ਅਸੀਂ ਮਾਇਆ ਦੇ ਨਾਲ ਪ੍ਰੇਮ ਰੱਖੀਏ, ਦੁਨੀਆ ਦੇ ਵਿਵਹਾਰਾਂ 'ਚ ਲੱਗੇ ਰਹੀਏ, ਤਾਂ ਪਰਮਾਤਮਾ ਦਾ ਪ੍ਰੇਮ ਪੈਦਾ ਨਹੀਂ ਹੁੰਦਾ। ਪਰਮਾਤਮਾ ਦਾ ਪ੍ਰੇਮ ਜੀਵ ਦੇ ਅੰਦਰ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ ਵਿਰਾਗ ਪੈਦਾ ਕਰਦਾ ਹੈ। ਹਿਰਦੇ 'ਚ ਵਿਰਾਗ ਹੋਵੇ। ਵਿਰਾਗ ਉਦੋਂ ਪੈਦਾ ਹੁੰਦਾ ਹੈ ਜਦੋਂ ਮਨ 'ਚ ਤਿਆਗ ਹੋਵੇ। ਤਿਆਗ ਤੋਂ ਬਿਨਾਂ ਵਿਰਾਗ ਨਹੀਂ ਹੈ, ਵਿਰਾਗ ਤੋਂ ਬਿਨਾਂ ਗਿਆਨ ਨਹੀਂ ਹੈ, ਗਿਆਨ ਤੋਂ ਬਿਨਾਂ ਜੀਵ ਦੀ ਮੁਕਤੀ ਨਹੀਂ ਹੁੰਦੀ। ਇਸ ਲਈ ਜਦੋਂ ਜੀਵ ਆਪਣੇ ਅੰਦਰ ਗੁਰਮਤ ਅਨੁਸਾਰ ਮਨ ਦੇ ਵਿੱਚੋਂ ਤਿਆਗ ਕਰੇਗਾ ਔਰ ਪਰਮਾਤਮਾ ਨਾਲ ਪ੍ਰੇਮ ਕਰੇਗਾ, ਇੱਧਰੋਂ ਤੋੜ ਕੇ ਉਧਰ ਜੋੜ ਲਵੇ। ਇੱਧਰੋਂ ਤੋੜਨੀ ਹੈ ਕਿਉਂਕਿ ਇਹ ਸੰਸਾਰ ਸੱਚ ਹੈ ਔਰ ਪਰਮਾਤਮਾ ਸੱਚ ਹੈ। ਉਹਨੇ ਜਿਹਦੇ ਕਿੰਨੇ ਪਰਉਪਕਾਰ ਕੀਤੇ ਨੇ, ਕਿੰਨੀਆਂ ਬਖਸ਼ਿਸ਼ਾਂ, ਦਿਨ ਰਾਤ ਸਾਨੂੰ ਸਭ ਕੁਝ ਦੇ ਰਿਹਾ। ਪਰ ਜਦੋਂ ਬੰਦਾ ਉਹਦੀ ਯਾਦ ਵਿੱਚ ਜੁੜਨਾ ਸ਼ੁਰੂ ਹੋ ਜਾਏ ਤਾਂ ਆਪੇ ਹੀ ਪ੍ਰੇਮ ਪੈਦਾ ਹੋ ਜਾਏਗਾ। ਸੋ ਭਗਤ ਜੀ ਕਹਿੰਦੇ ਜੇ ਘਟੈ ਮੂਲ, ਜਿਸ ਵਪਾਰ ਦੇ ਵਿੱਚ ਮੂਲ ਪ੍ਰੇਮ ਪਰਮਾਤਮਾ ਦਾ ਜੋ ਪ੍ਰੇਮ ਹੈ ਇਹ ਘਟ ਰਿਹਾ ਹੈ, ਨਿਤ ਬੜੈ ਵਿਆਜ ਔਰ ਨੇਤਾ ਪ੍ਰਤੀ ਦੁੱਖਾਂ ਦਾ, ਵਿਕਾਰਾਂ ਦਾ ਵਿਆਜ ਵੱਧ ਰਿਹਾ ਹੈ। ਰਹਾਉ ਸਾਤ ਸੂਤ ਮਨ ਬਨ ਯਕੀਨ। ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਆਪਣੇ 7 ਗਿਆਨ ਇੰਦਰੀ, ਮਨ ਤੇ ਬੁੱਧ, ਇਹਨਾਂ ਨੂੰ ਸਤ ਸੰਗਤ ਵਿੱਚ ਸੂਤ ਕਰ ਲੈਣਾ ਕੀਤਾ ਹੈ, ਪ੍ਰਭੂ ਦੇ ਹੁਕਮ ਵਿੱਚ ਤੋਰ ਲਿਆ ਹੈ। ਉਹਨਾਂ ਨੇ ਨਾਮ ਦਾ, ਸਿਮਰਨ ਦਾ, ਪ੍ਰਭੂ ਦੇ ਗਿਆਨ ਦਾ ਵਪਾਰ ਕੀਤਾ। ਕਰਮ ਭਾਵਨੀ ਸੰਗ ਲੀਨ। ਫਿਰ ਉਹਨਾਂ ਨੇ ਨਿਸ਼ਕਾਮ ਕਰਨ ਕਰਕੇ ਵਾਹਿਗੁਰੂ ਦੀ ਜਿਹੜੀ ਭਾਵਨੀ ਪ੍ਰੇਮ ਸੀ, ਸ਼ਰਧਾ ਸੀ, ਵਿਸ਼ਵਾਸ ਸੀ, ਉਹ ਆਪਣੇ ਹਿਰਦੇ 'ਚ ਲੈ ਲੈਣਾ ਕੀਤਾ। ਅੰਦਰ ਸ਼ਰਧਾ ਵੀ ਬਣ ਗਈ, ਵਿਸ਼ਵਾਸ ਵੀ ਪੈਦਾ ਹੋ ਗਿਆ ਔਰ ਨਾਮ ਦੇ ਵਿੱਚ ਰੰਗੇ ਗਏ ਹਨ। ਤੀਨ ਜਗਾਤੇ ਕਰ ਕਰਾਰ। ਜਿਹੜੇ 3 ਜਗਾਤੀ ਮਸੂਲੀਏ ਸੁਭਾਅ ਹਨ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਇਹ ਕੀ ਝਗੜਾ ਕਰਨਗੇ ਉਹਨਾਂ ਦੇ ਨਾਲ? ਭਗਤ ਜੀ ਕਹਿੰਦੇ ਉਹਨਾਂ ਦੇ ਨਾਲ ਕੋਈ ਝਗੜਾ ਨਹੀਂ ਕਰ ਸਕਦੇ। ਚਲੋ ਮਨ ਜਾਰਾ ਹਾਥ ਝਾਰ। ਕਿਉਂਕਿ ਜਿਹੜਾ ਇਹ ਗੁਰਮੁਖ ਹੈ ਨਾ, ਜੀਵ ਰੂਪ ਬਣਜਾਰਾ, ਉਸ ਨੇ ਇਹਨਾਂ ਦੇ ਵਪਾਰ ਵਿੱਚ ਆਪਣਾ ਮਨ ਨਹੀਂ ਲਾਇਆ, ਵਿਕਾਰਾਂ ਵਿੱਚ ਮਨ ਨੂੰ ਨਹੀਂ ਤੋੜਿਆ। ਇੱਧਰੋਂ ਤਾਂ ਆਪਣੇ ਹਾਥੀ ਝਾੜ ਲੈਣਾ ਕੀਤੇ। ਉਂਝੇ ਹਰਾਨੇ ਬਨ ਜਟੂਟ। ਇਸ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਨਾਮ ਜਪ ਕਰਕੇ ਮਨ ਮਿਲ ਜਾਂਦਾ ਹੈ, ਸਾਧ ਸੰਗਤ, ਪੂੰਜੀ ਹੈਰਾਨੀ, ਜਿਹੜੀ ਵਿਕਾਰਾਂ ਦੀ ਪੂੰਜੀ ਸੀ ਉਹ ਹੈਰਾਨੀ ਖਤਮ ਹੋ ਗਈ ਤੇ ਜਿਹੜਾ ਇਹਨਾਂ ਦਾ ਵਪਾਰ ਸੀ ਉਹ ਵੀ ਟੁੱਟ ਗਿਆ। ਜਹ ਜਸ ਕਾਂਡੋ ਗਇਓ ਭੂਤ। ਫਿਰ ਜਿਹੜਾ ਇਹ ਜੀਵ ਸੀ, ਇਹਦਾ ਜਿਹੜਾ ਦਸਾਂ ਦਿਸ਼ਾਂ ਵਿੱਚ ਗਾਉਣ ਕਰਨਾ ਸੀ ਨਾ, ਜੂਨਾ ਵਿੱਚ ਪੈ ਕਰਕੇ ਜਨਮ ਮਰਨ ਦੇ ਚੱਕਰ ਵਿੱਚ ਜਿਹੜਾ ਜੀਵ ਭਰਮਦਾ ਸੀ ਉਹ ਟੁੱਟ ਹੀ ਗਿਆ, ਫਟ ਹੀ ਗਿਆ। ਭਾਵ ਹੁਣ ਗੁਰਮੁਖ ਜਿਹੜੇ ਹਨ ਜੂਨਾ ਵਿੱਚ ਪੈ ਕੇ ਨਹੀਂ ਭਟਕਦੇ, ਉਹਨਾਂ ਨੂੰ ਕਿਸੇ ਦਿਸ਼ਾ ਵੱਲ ਨਹੀਂ ਜਾਣਾ ਪੈਂਦਾ। ਜੇ ਭਗਤ ਤਲੋਚਨ ਜੀ ਨੇ ਨਾਲ ਹੀ ਕਿਹਾ ਨਾ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪਤਨ ਤਲੋਚਨ ਤੇ ਨਾ ਰੁਕਤਾ, ਪੀਤੰਬਰ ਵਾ ਕੇ ਹਿਰਦੈ ਬਸ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਦਸਾਂ ਦਿਸ਼ਾਂ ਵੱਲ ਆਪਣੀ ਸੁਰਤ ਕਰਕੇ ਜੂਨਾ 'ਚ ਪੈਣਾ ਸੀ, ਭਟਕਣਾ ਸੀ, ਉਹ ਟਾਂਡਾ ਹੀ ਫੁੱਟ ਗਿਆ। ਕਹੇ ਕਬੀਰ ਮਨ ਸਰਸੇ ਕਾਜ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਹੇ ਭਾਈ, ਤਦੋਂ ਤੁਹਾਡੇ ਮਨ ਦਾ ਕੰਮ ਸਰੇਗਾ।
ਮਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਓ ਕਹੈ ਕਬੀਰਾ, ਮਨ ਸਾ ਮਿਲਿਆ। ਮਨ ਦੇ ਨਾਲ ਕੰਮ, ਮਨ ਨੂੰ ਸਵਾਰਨਾ, ਔਗਣਾ ਤੋਂ ਹਟਾ ਕੇ ਗੁਣਾ ਵਿੱਚ ਲਾਉਣਾ, ਪ੍ਰਭੂ ਦੀ ਭਗਤੀ ਵਿੱਚ ਜੋੜਨਾ। ਗੁਣਾ ਕਾ ਹੋਵੇ ਵਾਸਲਾ, ਕਟ ਵਾਸ ਲਗੀਜੈ, ਜੇ ਗੁਣ ਗੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਬ ਕਰ ਚੱਲੀ। ਗੁਰਮੁਖਾਂ ਤੋਂ ਗੁਣਾਂ ਦੀ ਸਾਂਝ ਕਰੀਏ। ਜੇ ਸਾਨੂੰ ਕੋਈ ਗੁਣਾਂ ਵਾਲਾ ਨਹੀਂ ਦਿਸਦਾ ਤੇ ਗੁਰਬਾਣੀ ਤਾਂ ਗੁਣਾਂ ਨਾਲ ਭਰੀ ਪਈ ਹੈ। ਦੇਖੋ ਅੰਮ੍ਰਿਤ ਬਾਣੀ ਅੰਦਰ ਕਿੰਨੇ ਗੁਣ ਨੇ, ਸਾਰੇ ਗੁਣ ਹੀ ਗੁਣ ਪਰਮਾਤਮਾ ਦੇ। ਔਰ ਮਹਾਰਾਜ ਕਹਿੰਦੇ ਗੁਣ ਗਾਵਤ ਤੇਰੀ ਪੁੱਤਰ ਸਮੈਲ, ਮਿਲ ਸਜਾਏ ਹਉ ਮੈਂ ਤਿਖ ਖੈਰ, ਹੋਏ ਅਚੰਤ ਬਸੈ ਸੁਖ ਨਾਲ, ਸਾਸ ਬਰਾ ਸਮਰ ਨਾਮ ਸਮਾ। ਇਹ ਭਾਈ ਤਦੋਂ ਹੀ ਤੇਰਾ ਜਿਹੜਾ ਇਹ ਮਨ ਹੈ ਇਹਦਾ ਕੰਮ ਸਰੇਗਾ, ਪੂਰਾ ਹੋਗਾ, ਜਾਵੇਗਾ। ਸਹਿਜ ਸਮਾਨੋ ਤਾਂ ਭਰਮ ਭਾਜ, ਜੇ ਤੂੰ ਸਹਿਜ ਅਵਸਥਾ ਵਿੱਚ ਸਮਾ ਜਾਵੇਂ, ਜੋ ਕੁਛ ਹੋਆ ਸੋ ਤੇਰਾ ਭਾਣਾ, ਜੋ ਐ ਬੁਝੈ ਸੋ ਸਹਿਜ ਸਮਾਨਾ। ਬਸ ਜੋ ਕੁਝ ਹੋ ਗਿਆ ਉਹ ਪਰਮਾਤਮਾ ਦਾ ਹੁਕਮ ਸੀ, ਜੋ ਅੱਗੇ ਹੋਵੇਗਾ ਉਸ ਮਾਲਕ ਦਾ ਹੁਕਮ ਹੈ। ਹੁਕਮ ਵਿੱਚ ਰਹਿ ਕੇ ਉਹਦਾ ਸ਼ੁਕਰਾਨਾ ਕਰਦਿਆਂ ਜੀਵਨ ਬਤੀਤ ਕਰਦੇ, ਉਹਦੇ ਭਾਣੇ ਨੂੰ ਮਿੱਠਾ ਕਰਕੇ ਪਾਉਂਦੇ। ਔਰ ਸਭ ਤੋਂ ਵੱਡਾ ਹੁਕਮ ਸਾਨੂੰ ਹੈ, ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗਵਾਣੇ। ਗੁਰੂ ਦੀ ਸੇਵਾ ਕਰਨੀ, ਨਾਮ ਜਪਣਾ, ਆਪਣੇ ਹੰਕਾਰ ਨੂੰ ਖਤਮ ਕਰਨਾ, ਆਪਣੇ ਗੁਮਾਨ ਨੂੰ ਖਤਮ ਕਰਨਾ। ਸੋ ਤਦੋਂ ਭਗਤ ਜੀ ਕਹਿੰਦੇ ਭਰਮ ਭਾਜ, ਜਿਹੜਾ ਪਰਮਾਤਮਾ ਨੂੰ ਭੁੱਲ ਕੇ ਤੇਰੇ ਅੰਦਰ ਭਰਮ ਪਿਆ ਹੋਇਆ ਹੈ ਨਾ, ਇਹ ਭੱਜ ਜਾਵੇਗਾ। ਜਿਹੜਾ ਤੈਨੂੰ ਸੱਚ ਨਜ਼ਰ ਨਹੀਂ ਆ ਰਿਹਾ, ਦੇਖੋ ਭਰਮ ਜਿਹੜਾ ਹੈ ਜੀਵ ਨੂੰ ਕੁਝ ਤੇ ਹੋਰ ਦਿਖਾ ਦੇਗਾ। ਜੇ ਭਗਤ ਰਵਿਦਾਸ ਜੀ ਕਹਿੰਦੇ ਮਾਧੋ, ਭਗਤ ਜੀ ਕਹਿੰਦੇ ਭਰਮ ਕੈਸਾ, ਜੈਸਾ ਮਾਨੀਆ ਹੋਏ ਨਾ ਕੈਸਾ। ਭਰਮ ਕੀ ਹੈ? ਜਿਹੜਾ ਤੂੰ ਮੰਨ ਰਿਹਾ ਹੈ ਉਹ ਹੈ ਨਹੀਂ। ਅਸੀਂ ਹੁਣ ਆਪਣੇ ਅੰਦਰ ਹੀ ਵਿਚਾਰ ਕਰਕੇ ਦੇਖਦੇ, ਜੋ ਅਸੀਂ ਮੰਨ ਬੈਠੇ ਹਾਂ, ਮੰਨੀ ਜਾਂਦੇ ਹਾਂ, ਇਹ ਹੈ, ਪਰ ਫਿਰ ਵੀ ਸਾਡਾ ਮਨ ਇਸ ਨੂੰ ਛੱਡਣ ਵਾਸਤੇ ਤਿਆਰ ਹੈ ਔਰ ਇਸ ਵੱਲੋਂ ਪਾਸਾ ਵੱਟ ਲੈਂਦਾ ਹੈ ਕਿ ਨਹੀਂ ਇਹ ਨਹੀਂ ਸੋਚਣਾ, ਇਧਰਲੇ ਪਾਸੇ ਨਹੀਂ ਆਪਾਂ ਜਾਣਾ, ਇਧਰ ਖਤਰਾ ਹੈ। ਮਨੁੱਖ ਆਪਣੇ ਤੋਂ ਅਗਾਂਹ ਸੋਚਣਾ ਹੀ ਨਹੀਂ ਚਾਹੁੰਦਾ, ਮੌਤ ਤੋਂ ਅੱਗੇ ਨਿਕਲਣਾ ਨਹੀਂ ਚਾਹੁੰਦਾ। ਔਰ ਜੇ ਮੌਤ ਤੋਂ ਅੱਗੇ ਉੱਡ ਕੇ ਨਿਕਲ ਜਾਵੇ ਨਾ, ਫਿਰ ਤਾਂ ਸੌਖੀ ਸੌਖੀ, ਇਹ ਤਾਂ ਬ੍ਰਾਹਮੀ ਹੈ, ਪਰਮੇਸ਼ਰ ਹੀ। ਪਰ ਇਹਦੇ ਮਨ ਵਿੱਚ ਨਾ ਹੀ ਇਹਦੀ ਤਾਕਤ ਹੈ ਕਿ ਇਹ ਇਸ ਸੁੱਖ ਵਿੱਚ ਟਿਕ ਸਕੇ, ਇੱਥੋਂ ਤੱਕ ਪਹੁੰਚ ਸਕੇ। ਮੂਲ ਗੱਲ ਇਹ ਹੈ, ਗੁਰੂ ਦੇ ਸ਼ਬਦ ਨਾਲ ਜੁੜੀਏ, ਸੱਚ ਦੀ ਪਛਾਣ ਹੁੰਦੀ ਹੈ, ਫਿਰ ਸੰਸਾਰ ਵਿੱਚ ਰਹਿੰਦਿਆਂ ਹੀ ਉਸ ਮਾਲਕ ਦੇ ਨਾਲ ਜੀਵ ਦਾ ਮੇਲ ਹੋ ਜਾਂਦਾ ਹੈ, ਭਰਮ ਹਿਰਦੇ ਤੋਂ ਦੂਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਰਹਿਮਤ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਰਥ ਬਖਸ਼। ਕਹੇ ਕਬੀਰ ਮਨ ਸਰ ਸੇ ਕਾਜ,